ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਲੜੀਵਾਰ ਜਪਜੀ ਸਾਹਿਬ ਦੀ ਕਥਾ ਨੂੰ ਅੱਗੇ ਤੋਰਦੇ ਹੋਏ ਆਓ ਅਗਲੀ ਪੌੜੀ ਦੀ ਵਿਚਾਰ ਕਰਦੇ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਨ ਕਰਦੇ ਹਨ, ਅਸੰਖ ਨਾਮ ਅਸੰਖ ਥਾਮ, ਅਗੰਮ ਅਗੰਮ ਅਸੰਖ ਲੋ। ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਅਸੰਖ ਹੀ ਅਨੇਕਾਂ ਹੀ ਨਾਮ ਹਨ ਤੇ ਅਨੇਕਾਂ ਹੀ ਥਾਮ ਹਨ। ਅਨੇਕਾਂ ਇਸ ਸੰਸਾਰ ਦੇ ਵਿੱਚ ਥਾਂ ਹਨ ਜਿਨ੍ਹਾਂ ਦੇ ਵੱਖ-ਵੱਖ ਨਾਂ ਹਨ। ਅਗੰਮ ਅਗੰਮ ਅਸੰਖ ਲੋ। ਲੋ ਦਾ ਅਰਥ ਹੈ ਭਵਨ, ਧਰਤੀਆਂ, ਹੋਰ ਧਰਤੀਆਂ। ਸੋ ਉਹ ਧਰਤੀਆਂ ਜਿਨ੍ਹਾਂ ਦੇ ਤੱਕ ਪਹੁੰਚ ਨਹੀਂ ਹੋ ਸਕਦੀ। ਅਗੰਮ ਦਾ ਅਰਥ ਹੈ ਅਪਹੁੰਚ। ਬਹੁਤ ਸਾਰੀ ਸ੍ਰਿਸ਼ਟੀ ਬ੍ਰਹਿਮੰਡ ਦੇ ਵਿੱਚ ਐਸੀਆਂ ਧਰਤੀਆਂ ਹਨ, ਐਸੇ ਖੰਡ ਹਨ ਜਿੱਥੋਂ ਤੱਕ ਮਨੁੱਖ ਦੀ ਪਹੁੰਚ ਨਹੀਂ ਹੋ ਸਕਦੀ। ਭਾਵ ਕਿ ਅਕਾਲ ਪੁਰਖ ਦੀ ਰਚਨਾ ਹੈ ਜੋ ਬੇਅੰਤ ਹੈ। ਸ੍ਰਿਸ਼ਟੀ ਅਗੰਮ ਹੈ, ਉੱਥੋਂ ਤੱਕ ਮਨੁੱਖ ਦੀ ਪਹੁੰਚ ਕਦੇ ਨਹੀਂ ਹੋ ਸਕਦੀ। ਅਸੰਖ ਕਹਿ ਸਿਰ ਭਾਰ ਹੋਏ। ਅਸੰਖ ਸ਼ਬਦ ਵਰਤਣਾ ਵੀ ਸਿਰ ਭਾਰ ਹੋਣ ਦੇ ਬਰਾਬਰ ਹੈ। ਭਾਵ ਇਹ ਕਿ ਅਸੰਖ ਸ਼ਬਦ ਦੇ ਰਾਹੀਂ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੈ ਕਿ ਪਰਮੇਸ਼ਰ ਬੇਅੰਤ ਹੈ, ਉਸ ਦੀ ਰਚਨਾ ਬੇਅੰਤ ਹੈ। ਪਰ ਅਸੰਖ ਸ਼ਬਦ ਵੀ ਛੋਟਾ ਹੈ। ਅਕਾਲ ਪੁਰਖ ਨੂੰ ਬਿਆਨ ਕਰਨ ਵਾਸਤੇ ਕੋਈ ਵੀ ਸ਼ਬਦ ਜਿਹੜਾ ਹੈ ਵਾਹਿਗੁਰੂ ਨੂੰ, ਅਕਾਲ ਪੁਰਖ ਨੂੰ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਸਕਦਾ। ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾ। ਅੱਖਰਾਂ ਦੇ ਨਾਲ ਹੀ, ਭਾਸ਼ਾ ਦੇ ਰਾਹੀਂ, ਅੱਖਰਾਂ ਦੇ ਨਾਲ ਹੀ ਵਾਹਿਗੁਰੂ ਦਾ ਨਾਮ ਲਿਖਿਆ ਜਾ ਸਕਦਾ ਹੈ। ਨਾਮ ਦੇ ਰਾਹੀਂ ਵਾਹਿਗੁਰੂ ਦੀ ਅੱਖਰਾਂ ਦੇ ਨਾਲ ਹੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ। ਭਾਵ ਜੋ ਬਾਣੀ ਹੈ, ਜੋ ਬੋਲ ਹਨ ਵਾਹਿਗੁਰੂ ਅਕਾਲ ਪੁਰਖ ਦੇ, ਉਹਨਾਂ ਨੂੰ ਲਿਖਣ ਵਾਸਤੇ ਅੱਖਰਾਂ ਦੀ ਲੋੜ ਪੈਂਦੀ ਹੈ। ਅੱਖਰਾਂ ਰਾਹੀਂ ਹੀ ਮਨੁੱਖ ਬੋਲਦਾ ਹੈ, ਅੱਖਰਾਂ ਰਾਹੀਂ ਹੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਹੁੰਦਾ ਹੈ ਤੇ ਅੱਖਰਾਂ ਰਾਹੀਂ ਹੀ ਵਾਹਿਗੁਰੂ ਦੀ ਸਿਫਤ ਸਲਾਹ ਹੁੰਦੀ ਹੈ। ਅੱਖਰੀ ਗਿਆਨ ਗੀਤ ਗੁਣ ਗਾਹ। ਵਾਹਿਗੁਰੂ ਪਰਮੇਸ਼ਰ ਦਾ ਗਿਆਨ ਵੀ ਅੱਖਰਾਂ ਰਾਹੀਂ ਹੀ ਹੁੰਦਾ ਹੈ। ਉਸ ਦੇ ਗੁਣ ਜੋ ਗਾਏ ਜਾਂਦੇ ਹਨ ਉਹ ਵੀ ਅੱਖਰਾਂ ਰਾਹੀਂ ਹੀ ਗਾਏ ਜਾਂਦੇ ਹਨ। ਇਸ ਕਰਕੇ ਸ਼ਬਦ ਦੀ ਬਹੁਤ ਮਹਾਨਤਾ ਹੈ। ਸ਼ਬਦ ਦੇ ਨਾਲ ਹੀ ਮਨੁੱਖ ਚੱਲਦਾ ਹੈ। ਮਨੁੱਖ ਵਿਚਾਰਾਂ ਦਾ ਪੁਤਲਾ ਹੈ। ਜਿਸ ਤਰ੍ਹਾਂ ਦੇ ਵਿਚਾਰ ਉਸ ਦੇ ਮਨ ਦੇ ਵਿੱਚ ਸ਼ਬਦ ਦੇ ਰਾਹੀਂ ਬਣਦੇ ਹਨ, ਉਸੇ ਤਰ੍ਹਾਂ ਦਾ ਮਨੁੱਖ ਦਾ ਸੁਭਾਅ ਬਣਦਾ ਹੈ। ਇਸ ਕਰਕੇ ਗੁਰਬਾਣੀ ਦੇ ਵਿੱਚ ਜੋ ਮਨੁੱਖ ਨੂੰ ਚੰਗਾ ਸੁਣਨ ਵਾਸਤੇ, ਵਾਹਿਗੁਰੂ ਦੀ ਬਾਣੀ ਸੁਣਨ ਵਾਸਤੇ, ਸਿਫਤ ਸਲਾਹ ਕਰਨ ਵਾਸਤੇ ਉਪਦੇਸ਼ ਹੈ। ਕਿਉਂਕਿ ਜਿਸ ਤਰ੍ਹਾਂ ਦਾ ਮਨੁੱਖ ਸੁਣਦਾ ਹੈ ਉਸੇ ਤਰ੍ਹਾਂ ਦੇ ਉਸ ਦੇ ਵਿਚਾਰ ਬਣਦੇ ਹਨ। ਸ਼ਬਦ ਦੀ ਬਹੁਤ ਵੱਡੀ ਤਾਕਤ ਹੈ। ਸ਼ਬਦ ਦੇ ਰਾਹੀਂ ਸਾਰਾ ਸੰਸਾਰ ਚੱਲਦਾ ਹੈ। ਇਸ ਕਰਕੇ ਜੋ ਸ਼ਬਦ ਹੈ ਉਸ ਦੀ ਬੜੀ ਮਹਾਨਤਾ ਹੈ। ਕਿਉਂਕਿ ਵਾਹਿਗੁਰੂ ਅਕਾਲ ਪੁਰਖ ਨੇ ਵੀ ਸ਼ਬਦ ਦੇ ਰਾਹੀਂ ਇਸ ਸੰਸਾਰ ਦੀ ਰਚਨਾ ਕੀਤੀ ਹੈ। ਇਸ ਕਰਕੇ ਜੋ ਅੱਖਰ ਹਨ, ਸ਼ਬਦ ਹਨ, ਇਸੇ ਕਰਕੇ ਅਸੀਂ ਜੋ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਰਾਹੀਂ ਜੋ ਸਾਨੂੰ ਉਪਦੇਸ਼ ਹੈ, ਅਸੀਂ ਸ਼ਬਦ ਨੂੰ ਗੁਰੂ ਆਖਦੇ ਹਾਂ। ਸ਼ਬਦ ਨੂੰ ਗੁਰੂ ਆਖਣ ਦਾ ਭਾਵ ਇਹੀ ਹੈ ਕਿ ਸ਼ਬਦ ਹੀ ਸਾਨੂੰ ਗਿਆਨ ਪਰਮੇਸ਼ਰ ਦਾ ਸਿਖਾਉਂਦਾ ਹੈ। ਸ਼ਬਦ ਦੇ ਰਾਹੀਂ ਹੀ ਸਾਰਾ ਸੰਸਾਰ ਚੱਲਦਾ ਹੈ। ਅੱਖਰੀ ਲਿਖਣ ਬੋਲਣ ਬਾਣ। ਅੱਖਰਾਂ ਦੇ ਰਾਹੀਂ ਬਾਣੀ ਜਿਹੜੀ ਆ ਬੋਲੀ ਜਾਂਦੀ ਹੈ, ਲਿਖੀ ਜਾਂਦੀ ਹੈ। ਅੱਖਰਾਂ ਸਿਰ ਸੰਜੋਗ ਵਖਾਣ।
ਵਾਹਿਗੁਰੂ ਪਰਮੇਸ਼ਰ ਨੇ ਜੋ ਸੰਜੋਗ ਹਨ ਮਨੁੱਖਾਂ ਦੇ ਸਿਰ ਦੇ ਉੱਪਰ ਜੋ ਲੇਖਾ ਲਿਖਿਆ ਹੈ ਉਹ ਵੀ ਅੱਖਰਾਂ ਰਾਹੀਂ ਹੀ ਲਿਖਿਆ ਹੈ, ਕਿਉਂਕਿ ਸਭਨਾ ਦੇ ਸਿਰ ਲੇਖ ਜੋ ਵਾਹਿਗੁਰੂ ਨੇ ਲਿਖਿਆ ਹੈ ਉਹ ਉਸ ਦੇ ਅਨੁਸਾਰ ਹੀ ਮਨੁੱਖ ਆਪਣੇ ਕਰਮ ਭੋਗਦੇ ਹਨ, ਉਸ ਦੇ ਅਨੁਸਾਰ ਹੀ ਸੰਸਾਰ ਦੇ ਵਿੱਚ ਆਉਂਦੇ ਹਨ। ਸਭਨਾ ਦੇ ਸਿਰ ਦੇ ਉੱਪਰ ਜੋ ਸੰਜੋਗ ਹੈ, ਜੋ ਲੇਖਾ ਹੈ, ਵਾਹਿਗੁਰੂ ਨੇ ਉਹ ਅੱਖਰਾਂ ਰਾਹੀਂ ਬਿਆਨ ਕੀਤਾ ਹੈ, ਲਿਖਿਆ ਹੈ। ਜਿਨ ਇਹ ਲਿਖੇ ਤਿਸ ਸਿਰ ਨਾਹੀਂ, ਜਿਵ ਫੁਰਮਾਏ ਤਿਵ ਤਿਵ ਪਾਹੇ। ਪਰ ਜਿਹੜਾ ਇਹ ਲੇਖਾ ਹੈ ਇਹ ਜੀਵਾਂ ਦੇ ਉੱਪਰ ਹੀ ਲਿਖਿਆ ਹੈ। ਜਿਹਨੇ ਇਹ ਲੇਖਾ ਲਿਖਿਆ ਹੈ, ਜਿਸ ਅਕਾਲ ਪੁਰਖ ਨੇ ਇਹ ਲੇਖਾ ਲਿਖਿਆ ਹੈ, ਉਸ ਦੇ ਸਿਰ ਦੇ ਉੱਪਰ ਕੋਈ ਲੇਖ ਨਹੀਂ ਹੈ। ਭਾਵ ਵਾਹਿਗੁਰੂ ਪਰਮੇਸ਼ਰ ਆਪ ਨਿਰਲੇਪ ਹੈ, ਉਸ ਦੇ ਸਿਰ ਦੇ ਉੱਪਰ ਕੋਈ ਲੇਖਾ ਨਹੀਂ ਹੈ। ਲੇਖਾ ਹੈ ਜੋ ਜੀਵਾਂ ਦੇ ਉੱਪਰ ਹੀ ਹੈ। ਜਿਵ ਫੁਰਮਾਏ ਤਿਵ ਤਿਵ ਪਾਹੇ। ਜਿਵੇਂ ਅਕਾਲ ਪੁਰਖ ਦਾ ਫਰਮਾਨ ਹੁੰਦਾ ਹੈ, ਉਸੇ ਤਰ੍ਹਾਂ ਜੀਵ ਉਸੇ ਤਰ੍ਹਾਂ ਦਾ ਫਲ ਭੋਗਦੇ ਹਨ, ਉਸੇ ਤਰ੍ਹਾਂ ਦੇ ਕਰਮ ਕਰਦੇ ਹਨ। ਜਿਸ ਤਰ੍ਹਾਂ ਦਾ ਲੇਖਾ ਵਾਹਿਗੁਰੂ ਨੇ ਜੀਵਾਂ ਦੇ ਮੱਥੇ ਤੇ ਲਿਖਿਆ ਹੈ, ਸਭਨਾ ਲਿਖਿਆ ਬੁੜੀ ਕਲਾਮ। ਤੋ ਚੱਲਦੀ ਹੋਈ ਕਲਮ ਦੇ ਨਾਲ ਜੋ ਵਾਹਿਗੁਰੂ ਨੇ ਮਨੁੱਖ ਦੇ ਜੀਵਾਂ ਦੇ ਭਾਗਾਂ ਦੇ ਵਿੱਚ ਲਿਖਿਆ ਹੈ, ਉਸੇ ਤਰੀਕੇ ਦੇ ਨਾਲ ਜੀਵ ਇਸ ਸੰਸਾਰ ਦੇ ਵਿੱਚ ਚੱਲਦੇ ਹਨ, ਆਪਣਾ ਜੀਵਨ ਬਿਤਾਉਂਦੇ ਹਨ। ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ। ਜੋ ਵੀ ਸਾਨੂੰ ਇਹਨਾਂ ਅੱਖਾਂ ਰਾਹੀਂ ਸੰਸਾਰ ਦਿਸਦਾ ਹੈ, ਸ੍ਰਿਸ਼ਟੀ ਨਜ਼ਰ ਆਉਂਦੀ ਹੈ, ਉਹ ਸਾਰਾ ਵਾਹਿਗੁਰੂ ਨੇ ਹੀ ਕੀਤਾ ਹੈ। ਜੇਤਾ ਕੀਤਾ ਤੇਤਾ ਨਾਉ, ਜੋ ਕੁਝ ਵੀ ਸਾਰਾ ਪਸਾਰਾ ਹੈ ਉਹ ਵਾਹਿਗੁਰੂ ਦਾ ਨਾਮ ਹੀ ਹੈ। ਵਾਹਿਗੁਰੂ ਨੇ ਹੀ ਸਾਰਾ ਸੰਸਾਰ ਉਸ ਦੀ ਰਚਨਾ ਕੀਤੀ ਹੈ। ਇਸ ਕਰਕੇ ਵਿਣ ਨਾਵੈ ਨਾਹੀ ਕੋ ਥਾਉ, ਕੋਈ ਐਸਾ ਥਾਂ ਨਹੀਂ ਹੈ ਜੋ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੈ। ਭਾਵ ਅਕਾਲ ਪੁਰਖ ਦੀ ਹੋਂਦ ਹਰ ਜਗ੍ਹਾ, ਹਰ ਪਾਸੇ, ਸਭ ਥਾਂ ਤੇ ਹੈ। ਕੋਈ ਵੀ ਐਸਾ ਥਾਂ ਨਹੀਂ ਹੈ ਜਿੱਥੇ ਵਾਹਿਗੁਰੂ ਪਰਮੇਸ਼ਰ ਦੀ ਹੋਂਦ ਨਹੀਂ ਹੈ। ਇਸ ਕਰਕੇ ਸਾਰਾ ਸੰਸਾਰ, ਸਾਰੀ ਸ੍ਰਿਸ਼ਟੀ ਜਦੋਂ ਰਚਨਾ ਹੀ ਉਸ ਅਕਾਲ ਪੁਰਖ ਨੇ ਕੀਤੀ ਹੈ ਤਾਂ ਉਹਦੇ ਤੋਂ ਬਿਨਾਂ ਕੋਈ ਹੋ ਨਹੀਂ ਸਕਦਾ। ਇਸ ਕਰਕੇ ਇਹ ਜੋ ਸਾਰਾ ਸੰਸਾਰ ਹੈ ਅਸੀਂ ਦੇਖਦੇ ਹਾਂ, ਇਹ ਵੀ ਵਾਹਿਗੁਰੂ ਪਰਮੇਸ਼ਰ ਦਾ ਹੀ ਰੂਪ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਆਨੰਦ ਸਾਹਿਬ ਦੇ ਵਿੱਚ ਫਰਮਾਨ ਕਰਦੇ ਹਨ, ਇਹ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰਿ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਆਪਾਂ ਜੋ ਜ਼ਹਿਰੀਲਾ ਸੰਸਾਰ ਦੇਖ ਰਹੇ ਹਾਂ, ਚੰਗੇ ਮੰਦੇ ਜੀਵ ਦੇਖ ਰਹੇ ਹਾਂ, ਜੋ ਸ੍ਰਿਸ਼ਟੀ ਸਾਨੂੰ ਦਿਸ ਰਹੀ ਹੈ, ਇਹ ਅਕਾਲ ਪੁਰਖ ਦਾ ਰੂਪ ਹੀ ਹੈ, ਹਰੀ ਦਾ ਰੂਪ ਹੈ। ਹਰ ਰੂਪ ਨਜ਼ਰੀ ਆਇਆ, ਪਰ ਇਹ ਨਜ਼ਰ ਉਹਨਾਂ ਨੂੰ ਆਉਂਦਾ ਹੈ ਜਿਨ੍ਹਾਂ ਉੱਪਰ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਦਾ ਹੈ। ਉਹਨਾਂ ਨੂੰ ਇਹ ਸਾਰਾ ਸੰਸਾਰ, ਸਾਰੀ ਸ੍ਰਿਸ਼ਟੀ ਵਾਹਿਗੁਰੂ ਦਾ ਰੂਪ ਹੀ ਦਿਸਦੀ ਹੈ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨ ਜਾਵਾਂ ਏਕ ਵਾਰ। ਇਹ ਪਰਮੇਸ਼ਰ ਜੀਓ, ਮੈਂ ਤੇਰੀ ਕੁਦਰਤ ਦੀ ਕੀ ਵਿਚਾਰ ਕਰਾਂ, ਮੈਂ ਵਿਚਾਰ ਕਰ ਹੀ ਨਹੀਂ ਸਕਦਾ। ਮੈਂ ਤਾਂ ਉਸ ਵਾਹਿਗੁਰੂ ਪਰਮੇਸ਼ਰ ਦੇ ਤੋਂ ਇੱਕ ਵਾਰ ਵੀ ਬਲਿਹਾਰੇ ਨਹੀਂ ਜਾ ਸਕਦਾ, ਕਿਉਂਕਿ ਵਾਹਿਗੁਰੂ ਬੇਅੰਤ ਹੈ, ਉਸ ਦੀ ਰਚਨਾ ਵੀ ਬੇਅੰਤ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਪਰਮੇਸ਼ਰ ਜੀਓ, ਜੋ ਆਪ ਜੀ ਨੂੰ ਭਾਉਂਦਾ ਹੈ, ਜੋ ਆਪ ਜੀ ਨੂੰ ਚੰਗਾ ਲੱਗਦਾ ਹੈ, ਉਹੀ ਇਸ ਸੰਸਾਰ ਦੇ ਵਿੱਚ ਹੁੰਦਾ ਹੈ, ਉਹੀ ਸਾਨੂੰ ਸਾਡੇ ਵਾਸਤੇ ਭਲਾ ਹੈ। ਜੋ ਤੁਧ ਭਾਵੈ, ਜੋ ਆਪ ਜੀ ਨੂੰ ਭਾਉਂਦਾ ਹੈ, ਅਸੀਂ ਆਪ ਜੀ ਦੇ ਭਾਣੇ ਵਿੱਚ ਰਹਿ ਸਕੀਏ, ਉਹੀ ਸਾਨੂੰ ਕਾਰ, ਉਹੀ ਤੁਹਾਡਾ ਕੰਮ, ਉਹੀ ਤੁਹਾਡਾ ਹੁਕਮ ਸਾਨੂੰ ਚੰਗਾ ਲੱਗੇ। हे ਵਾਹਿਗੁਰੂ ਪਰਮੇਸ਼ਰ ਜੀਓ, ਆਪ ਜੀ ਸਦਾ ਸਲਾਮਤ ਨਿਰੰਕਾਰ ਹੋ। ਆਕਾਰ ਰਹਿਤ ਪਰਮੇਸ਼ਰ ਸਦਾ ਸਲਾਮਤ ਹੈ, ਸਦਾ ਰਹਿਣ ਵਾਲਾ ਹੈ, ਸਦਾ ਅਟਲ ਹੈ। ਬਾਕੀ ਦੀ ਦੁਨੀਆ ਨਾਸ਼ਵਾਨ ਹੈ, ਸੋ ਵਾਹਿਗੁਰੂ ਨੇ ਸਦਾ ਹੀ ਰਹਿਣਾ ਹੈ। ਆਦ ਵੀ ਰਹਿਣਾ ਹੈ, ਜੁਗਾਦ ਵੀ ਰਹਿਣਾ ਹੈ, ਹੁਣ ਵੀ ਰਹਿਣਾ ਹੈ, ਬਾਅਦ ਵਿੱਚ ਵੀ ਰਹਿਣਾ ਹੈ। ਇਸ ਕਰਕੇ ਪਰਮੇਸ਼ਰ ਸਦਾ ਸੱਚ, ਸਦਾ ਸਥਿਰ ਰਹਿਣ ਵਾਲਾ ਹੈ। ਇਸ ਲਈ ਸਾਨੂੰ ਗੁਰੂ ਮਹਾਰਾਜ ਦਾ ਗੁਰਬਾਣੀ ਦੇ ਵਿੱਚ ਥਾਂ ਥਾਂ ਉਪਦੇਸ਼ ਹੈ ਕਿ ਅਸੀਂ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰਨਾ ਹੈ, ਉਹਦੀ ਯਾਦ ਦੇ ਵਿੱਚ ਰਹਿਣਾ ਹੈ, ਉਹਦੀ ਯਾਦ ਦੇ ਵਿੱਚ ਹੀ ਜੀਵਨ ਬਤੀਤ ਕਰਨਾ ਹੈ। ਪਰਮੇਸ਼ਰ ਦੇ ਗੁਣ ਗਾਉਣੇ ਹਨ,
ਉਸ ਦੇ ਗੁਣਾਂ ਨੂੰ ਆਪਣੇ ਮਨ ਵਿੱਚ ਵਸਾ ਕੇ ਜ਼ਿੰਦਗੀ ਜਿਉਣੀ ਹੈ। ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅੱਜ ਦਾ ਫਰਮਾਨ ਸੀ। ਜੋ ਅੱਜ ਦੀ ਪੌੜੀ ਦੀ ਵਿਚਾਰ ਹੈ ਉਸ ਦੀ ਇੱਥੇ ਹੀ ਸਮਾਪਤੀ ਹੈ। ਗੁਰਬਾਣੀ ਅਗਾਧ ਬੋਧ ਹੈ, ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਦੀ ਖਿਮਾ ਕਰਨੀ ਜੀ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।